question answers related to the microeconomics class 12th। ਅੱਜ ਅਸੀਂ ਜਿਹੜੇ ਨੇ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨਸ ਨੇ ਉਹ ਰਿਲੇਟ ਕਰਾਂਗੇ ਤੇ ਉਹਨਾਂ ਨੂੰ ਲਰਨ ਕਰਾਂਗੇ, ਜਿਹੜਾ ਕਿ ਚੈਪਟਰ ਹੈ ਮਨੀ ਉਹਦੇ ਵਿੱਚੋਂ ਲਿਆ ਗਿਆ। ਦੇਖੋ ਕੁਐਸਚਨ ਕੀ ਹੈ। ਫਸਟ ਕੁਐਸਚਨ ਹੈਗਾ, ਬਹੁਤ ਵਾਰ ਰਿਪੀਟ ਹੋਇਆ ਇਹ ਹੈ ਵਟ ਇਜ਼ ਦੀ ਵਾਟਰ ਸਿਸਟਮ ਐਂਡ ਵਟ ਆਰ ਇਟਸ ਡਰਾਬੈਕਸ। ਵੀ ਵਾਟਰ ਸਿਸਟਮ ਕੀ ਸੀਗਾ ਤੇ ਉਹਦੀਆਂ ਮੇਨ ਜਿਹੜੀਆਂ ਖਾਮੀਆਂ ਸੀਗੀਆਂ ਜਾਂ ਕਮੀਆਂ ਸੀਗੀਆਂ ਉਹ ਦੱਸਣੀਆਂ ਨੇ। ਦੇਖੋ ਵਾਟਰ ਸਿਸਟਮ ਕੀ ਸੀਗਾ, ਇਹ ਯੂਜ਼ਲੀ ਯੂਜ਼ ਕੀਤਾ ਗਿਆ ਸੀ ਕਿਸੇ ਏਂਸ਼ੀਅੰਟ ਟਾਈਮ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਯੂਜ਼ ਕੀਤਾ ਗਿਆ ਇੱਕ ਵੇ ਸੀਗਾ ਐਕਸਚੇਂਜ ਕਰਨ ਦਾ, ਗੁੱਡਸ ਐਕਸਚੇਂਜ ਕਰਨ ਦਾ, ਜਾਂ ਅਦਰ ਵਰਡਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇਹ ਉਹ ਸਿਸਟਮ ਸੀਗਾ ਜਿਹਦੇ ਵਿੱਚ ਅਸੀਂ ਐਕਸਚੇਂਜ ਕਰਦੇ ਹੁੰਦੇ ਸੀ ਕੁਆਂਟਿਟੀ ਨੂੰ ਅਦਰ ਕੁਆਂਟਿਟੀ ਦੇ ਨਾਲ ਬਿਫੋਰ ਮੋਨੀਟਰੀ। ਵੀ ਜਾਣੀ ਕਿ ਬਿਨਾਂ ਪੈਸੇ ਦੇ ਸਿਸਟਮ ਤੋਂ, ਉਦੋਂ ਪੈਸਾ ਐਗਜ਼ਿਸਟ ਨਹੀਂ ਕਰਦਾ ਸੀ ਤੇ ਉਦੋਂ ਪਹਿਲਾਂ ਅਸੀਂ ਕੀ ਸੀਗੇ, ਗੁੱਡਸ ਨੂੰ ਗੁੱਡਸ ਨਾਲ ਐਕਸਚੇਂਜ ਕਰਦੇ ਸੀ, ਜਾਂ ਤੁਸੀਂ ਕਹਿ ਦਿਓ ਕੁਆਂਟਿਟੀ ਨੂੰ ਕੁਆਂਟਿਟੀ ਨਾਲ ਐਕਸਚੇਂਜ ਕਰਦੇ ਸੀ, ਤਾਂ ਉਹਨੂੰ ਵਾਟਰ ਸਿਸਟਮ ਕਿਹਾ ਜਾਂਦਾ ਸੀ। ਜਿਵੇਂ ਐਗਜ਼ਾਮਪਲ ਦਿੱਤੀ ਹੈ, ਕਹਿੰਦਾ ਜੀ ਜੇਕਰ ਇੱਕ ਪਰਸਨ ਕੋਲ ਰਾਈਸ ਚਾਹੀਦੇ ਸੀ, ਇੱਕ ਪਰਸਨ ਕੋਲ ਰਾਈਸ ਸੀਗੇ ਤੇ ਉਹਨੂੰ ਟੀ ਚਾਹੀਦੀ ਸੀ, ਤਾਂ ਉਹਨੂੰ ਰਾਈਸ ਐਕਸਚੇਂਜ ਕਰਨ ਦੇ ਲਈ ਉਹ ਪਰਸਨ ਲੱਭਣਾ ਪੈਂਦਾ ਸੀ ਵੀ ਜਿਹਨੂੰ ਕੀ ਆ, ਜਿਹਦੇ ਕੋਲ ਟੀ ਜ਼ਿਆਦਾ ਹੋਵੇ ਤੇ ਦੂਜਾ ਕੀ ਆ ਉਹਨੂੰ ਰਾਈਸ ਦੀ ਨੀਡ ਹੋਵੇ। ਤਾਂ ਇਹ ਇਕਨੋਮੀ ਨੂੰ ਵਾਟਰ ਸਿਸਟਮ ਵੀ ਕਿਹਾ ਜਾਂਦਾ, ਸੀ ਇਕਨੋਮੀ ਵੀ ਕਿਹਾ ਜਾਂਦਾ ਸੀ। ਇਹ ਯਾਦ ਰੱਖਣਾ ਵੀ ਕਿਹੜੀ ਅਜਿਹੀ ਇਕਨੋਮੀ ਸੀ ਜਿਹਨੂੰ ਸੀ ਇਕਨੋਮੀ ਵੀ ਕਿਹਾ ਜਾਂਦਾ ਸੀ। ਉਹ ਕੀ ਸੀਗੀ, ਕੁਆਂਟਿਟੀ ਟੂ ਕੁਆਂਟਿਟੀ, ਇਹਦਾ ਮਤਲਬ ਸੀ ਕੁਆਂਟਿਟੀ ਟੂ ਕੁਆਂਟਿਟੀ। ਇਹ ਕਿਹੜੇ ਸਿਸਟਮ ਨੂੰ ਕਿਹਾ ਜਾਂਦਾ ਸੀ, ਵਾਟਰ ਸਿਸਟਮ ਨੂੰ ਕਿਹਾ ਜਾਂਦਾ ਸੀ। ਤੇ ਇਹਦਾ ਮਤਲਬ ਕੀ ਸੀ, ਆ ਦੇਖੋ ਕੁਆਂਟਿਟੀ ਇਜ਼ ਐਕਸਚੇਂਜਡ ਫॉर ਕੁਆਂਟਿਟੀ, ਵੀ ਵਸਤੂ ਨੂੰ ਵਸਤੂ ਨਾਲ ਬਦਲਿਆ ਜਾਂਦਾ ਸੀ। ਤੇ ਹੁਣ ਇਹਦੇ ਮੇਨ ਜਿਹੜੇ ਡਰਾਬੈਕ ਸੀ ਜਿਹਦੇ ਕਰਕੇ ਇਹ ਜਿਹੜਾ ਸਿਸਟਮ ਆ ਉਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ, ਉਹਦਾ ਰੀਜ਼ਨ ਨੇ ਫਸਟ ਹੈਗਾ ਵਾ ਪ੍ਰੋਬਲਮ ਆਫ ਡਬਲ ਕੌਨਸੀਕੁਐਂਟ ਵਾਂਟ। ਇਹ ਯਾਦ ਰੱਖਣਾ, ਪ੍ਰੋਬਲਮ ਆਫ ਡਬਲ ਕੌਨਸੀਕੁਐਂਟ ਵਾਂਟ ਇਹਦਾ ਮਤਲਬ ਹੁੰਦਾ ਵੀ ਦੋ ਜਿਹੜੇ ਪਰਸਨ ਇਹੋ ਜਿਹੇ ਚਾਹੀਦੇ ਸੀ ਜਿਨ੍ਹਾਂ ਨੂੰ ਇੱਕ ਦੂਸਰੇ ਦੀਆਂ ਚੀਜ਼ਾਂ ਦੀ ਲੋੜ ਹੋਵੇ। ਜੇਕਰ ਉਹ ਡਬਲ ਕੌਨਸੀਕੁਐਂਟ ਵਾਂਟ ਵਾਲਾ ਕੋਈ ਨਾ ਮਿਲਿਆ, ਜਾਣੀ ਕਿ ਜਿਵੇਂ ਮੈਨੂੰ ਰਾਈਸ ਚਾਹੀਦੇ ਆ ਤੇ ਦੂਸਰੇ ਨੂੰ ਵੀਟ ਚਾਹੀਦੇ ਆ, ਤਾਂ ਮੈਨੂੰ ਰਾਈਸ ਵਾਲਾ ਜਿਹਨੂੰ ਰਾਈਸ ਦੀ ਡਿਮਾਂਡ ਹੋਵੇ, ਜਿਹਦੇ ਕੋਲ ਵੀਟ ਹੋਵੇ, ਮੈਂ ਉਹਨੂੰ ਲੱਭੂਗਾ ਤੇ ਉਹਨੂੰ ਕੀ ਆ ਰਾਈਸ ਦੀ ਲੋੜ ਹੋਵੇ। ਤਾਂ ਇਹ ਸੀਗੀ ਡਬਲ ਕੌਨਸੀਕੁਐਂਟ ਵਾਂਟ, ਵੀ ਦੋਹਾਂ ਜਣਿਆਂ ਦੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਸੀ, ਜੇਕਰ ਉਹ ਦੋਹੀ ਚੀਜ਼ਾਂ ਨਾ ਲੈ ਕੇ ਆਏ ਤਾਂ ਸਾਨੂੰ ਫੇਰ ਕਾਫੀ ਲੰਬੇ ਸਮੇਂ ਤੱਕ ਉਹ ਬੰਦਾ ਲੱਭਣਾ ਪੈਂਦਾ ਸੀ। ਦੇਖੋ ਕਹਿੰਦਾ ਡਬਲ ਕੌਨਸੀਕੁਐਂਟ ਵਾਂਟ ਇਜ਼ ਇੰਪਲੀਜ਼ ਦੈਟ ਨੀਡਸ ਆਫ ਟੂ ਇੰਡੀਵਿਜੂਅਲ ਸ਼ੁੱਡ ਬੀ ਆ ਕੰਪਲੀਮੈਂਟਰੀ ਟੂ ਈਚ ਅਦਰ। ਕੰਪਲੀਮੈਂਟਰੀ ਦਾ ਮਤਲਬ ਵੀ ਇੱਕ ਦੂਸਰੇ ਦੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦੇ ਹੋਣ ਜਾਂ ਇੱਕ ਦੂਸਰੀ ਚੀਜ਼ਾਂ ਨੂੰ ਰਿਪਲੇਸ ਕਰਦੇ ਹੋਣ, ਤਾਂ ਉਹਦੇ ਲਈ ਇਹ ਚੀਜ਼ਾਂ ਚਾਹੀਦੀਆਂ ਸੀ। ਜਿਵੇਂ ਅਬਵ ਕੇਸ ਸੀਗਾ ਵੀ ਸੈਕਿੰਡ ਪਰਸਨ ਨੂੰ ਕੀ ਸੀਗਾ, ਰਾਈਸ ਐਕਸਚੇਂਜ ਕਰਨਾ ਸੀ ਟੀ ਦੇ ਨਾਲ, ਤਾਂ ਇਹ ਸੀਗੀ ਡਬਲ ਕੌਨਸੀਕੁਐਂਟ ਵਾਂਟ। ਤਾਂ ਇਹ ਸਭ ਤੋਂ ਵੱਡੀ ਪਹਿਲੀ ਪ੍ਰੋਬਲਮ ਸੀ। ਦੂਜਾ ਸੀ ਲੈਕ ਆਫ ਕਾਮਨ ਯੂਨਿਟ ਆਫ ਵੈਲਿਊ, ਵੀ ਉਹਨਾਂ ਕੋਲ ਕੋਈ ਕਾਮਨ ਯੂਨਿਟਸ ਨਹੀਂ ਸੀ ਜਿਹਦੇ ਨਾਲ ਉਹ ਮੇਜਰ ਕਰਦੇ ਵੀ ਕਿਹੜੀ ਚੀਜ਼ ਕਿੰਨੀ ਵਧੀਆ ਕਿਹੜੀ ਘਟੀਆ ਵਾ, ਇਹ ਚੀਜ਼ ਮੇਜਰ ਨਹੀਂ ਹੋ ਪਾਉਂਦੀ ਸੀ। ਤਾਂ ਅੰਡਰ ਦੀ ਵਾਟਰ ਸਿਸਟਮ ਦੇਅਰ ਨੋ ਕਾਮਨ ਯੂਨਿਟ, ਵੀ ਇਹਦੇ ਵਿੱਚ ਕੋਈ ਕਾਮਨ ਯੂਨਿਟ ਨਹੀਂ ਸੀ ਜਿਹਦੇ ਨਾਲ ਅਸੀਂ ਮੇਜਰ ਕਰ ਸਕਦੇ ਵੈਲਿਊ ਆਫ ਵਨ ਗੁੱਡਸ ਇਨ ਦੀ ਟਰਮਸ ਆਫ ਟੂ ਦੀ ਅਦਰ ਗੁੱਡਸ ਆਫ ਦੀ ਪਰਪਜ਼ ਆਫ ਐਕਸਚੇਂਜ ਕਰਨ ਦੇ ਲਈ ਸਾਡੇ ਕੋਲ ਪਰਪਜ਼ ਦੇ ਲਈ ਕੋਈ ਦੂਜੀ ਗੁੱਡਸ ਨਹੀਂ ਹੁੰਦੀਆਂ ਸੀ, ਤਾਂ ਕਰਕੇ ਸਾਨੂੰ ਪ੍ਰੋਬਲਮ ਕ੍ਰੀਏਟ ਹੁੰਦੀਆਂ ਸੀਗੀਆਂ। ਇਹਦੀ ਐਗਜ਼ਾਮਪਲ ਹੈਗੀ ਜਿਵੇਂ ਹਾਰਸ ਕੈਨ ਨਾਟ ਬੀ ਆ ਮੇਜਰਡ ਇਨ ਦੀ ਟਰਮਸ ਆਫ ਰਾਈਸ, ਵੀ ਹੁਣ ਜਿਵੇਂ ਹਾਰਸ, ਅਸੀਂ ਕਿਸੇ ਨੂੰ ਹਾਰਸ ਦੀ ਲੋੜ ਸੀ ਤੇ ਮੈਨੂੰ ਰਾਈਸ ਦੀ ਲੋੜ ਸੀ, ਤਾਂ ਅਸੀਂ ਹਾਰਸ ਨੂੰ ਰਾਈਸ ਦੇ ਨਾਲ ਨਹੀਂ ਮੇਜਰ ਕਰ ਸਕਦੇ। ਇਹ ਥੋੜ੍ਹਾ ਕਹਿ ਸਕਦੇ ਵੀ ਭਾਈ ਜਿੰਨਾ ਘੋੜੇ ਦਾ ਵੇਟ ਆ ਉਹਨੇ ਦਾ ਮੈਨੂੰ ਰਾਈਸ ਦੇ ਦਿਓ, ਇਹ ਨਹੀਂ ਹੋ ਸਕਦਾ। ਬਸ ਉਹ ਕੀ ਸੀਗਾ ਇਸ ਸਮੇਂ ਕੀ ਸੀਗਾ, ਬਸ ਘੋੜੇ ਨੂੰ ਰਾਈਸ ਦੇ ਬਦਲੇ ਵੇਚ ਦਿੰਦੇ ਹੁੰਦੇ ਸੀ, ਵੀ ਬਸ ਉਹ ਕਹਿੰਦੇ ਵੀ ਮੈਨੂੰ ਇੰਨਾ ਕੁ ਰਾਈਸ ਦੇ ਦਿਓ ਜਿੰਨਾ ਕੁ ਮੈਨੂੰ ਚਾਹੀਦਾ ਵਾ, ਘੋੜਾ ਲੈ ਜਾਓ। ਤਾਂ ਇਸ ਕਰਕੇ ਕਾਮਨ ਯੂਨਿਟ ਨਾ ਹੋਣ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਹੋਈ। ਫਿਰ ਉਸ ਤੋਂ ਬਾਅਦ ਕੀ ਪ੍ਰੋਬਲਮ ਆਈ, ਡਿਫੀਕਲਟੀ ਇਨ ਦੀ ਵੈਲਥ ਸਟੋਰੇਜ। ਵੈਲਥ ਸਟੋਰੇਜ ਦਾ ਮਤਲਬ ਵੀ ਜਿਹੜੀ ਕੁਆਂਟਿਟੀ ਸੀਗੀ ਜਿਹਨੂੰ ਐਕਸਚੇਂਜ ਕੀਤਾ ਜਾਂਦਾ ਸੀ ਉਹਨੂੰ ਸਟੋਰ ਕਰਨਾ ਪੈਂਦਾ ਸੀ। ਜਿਵੇਂ ਕਿ ਹੁਣ ਮੰਨ ਲਓ ਵੀ ਉਹ ਬੰਦਾ ਜਿਹੜਾ ਡਬਲ ਕੌਨਸੀਕੁਐਂਟ ਵਾਂਟ ਵਾਲਾ ਉਹ ਸਾਨੂੰ ਨਹੀਂ ਮਿਲਿਆ, ਜਦੋਂ ਉਹ ਨਹੀਂ ਮਿਲਿਆ ਤਾਂ ਸਾਡੇ ਕੋਲ ਸਭ ਤੋਂ ਵੱਡੀ ਪ੍ਰੋਬਲਮ ਸੀ ਵੀ ਅਸੀਂ ਆਪਣੀ ਚੀਜ਼ ਨੂੰ ਕਿਵੇਂ ਬਦਲੀਏ ਇੱਕ ਦੂਸਰੇ ਨਾਲ। ਤਾਂ ਉਹਦੇ ਵਿੱਚ ਕੀ ਆਇਆ, ਇਟ ਇਜ਼ ਡਿਫੀਕਲਟ ਟੂ ਸਟੋਰ ਦੀਆਂ ਕੁਆਂਟੀਟੀਜ਼ ਇਨ ਦੀ ਫਿਊਚਰ ਐਕਸਚੇਂਜ ਪਰਪਸ, ਵੀ ਸਾਡੇ ਕੋਲ ਕੋਈ ਅਜਿਹਾ ਸਟੋਰ ਕਰਨ ਦਾ ਕੋਈ ਵੇ ਨਹੀਂ ਸੀਗਾ ਜਾਂ ਕੋਈ ਰਸਤਾ ਨਹੀਂ ਸੀਗਾ ਜਿਹਦੇ ਨਾਲ ਅਸੀਂ ਕੀ ਸੀਗਾ ਜੇ ਆਪਣੀ ਵੈਲਥ ਨੂੰ ਸਟੋਰ ਕਰ ਸਕਦੇ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਸੀਗੀ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਸੀ। ਕੁਛ ਕੁ ਅਜਿਹੀਆਂ ਗੁੱਡਸ ਹੁੰਦੀਆਂ ਜਿਹਨੂੰ ਪੈਰੀਸ਼ੇਬਲ ਗੁੱਡਸ ਕਿਹਾ ਜਾਂਦਾ ਵਾ ਜਾਂ ਸੈਮੀ ਡਿਊਰੇਬਲ ਗੁੱਡਸ ਕਿਹਾ ਜਾਂਦਾ, ਜਿਵੇਂ ਗ੍ਰੀਨ, ਮਿਲਕ, ਮੀਟ। ਇਹਨਾਂ ਨੂੰ ਜ਼ਿਆਦਾ ਸਮੇਂ ਤੱਕ ਅਸੀਂ ਸਟੋਰ ਕਰਕੇ ਨਹੀਂ ਰੱਖ ਸਕਦੇ, ਅਤੇ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਵੀ ਅੱਜ ਇਹਨੂੰ ਸਟੋਰ ਕਰਦੇ ਹਾਂ ਅਤੇ ਫਿਊਚਰ ਟਾਈਮ ਇਹਨੂੰ ਕੀ ਆ ਦੂਸਰੀ ਚੀਜ਼ ਨਾਲ ਐਕਸਚੇਂਜ ਕਰ ਲਾਂਗੇ। ਇਹ ਪ੍ਰੋਬਲਮ ਵੀ ਅਸੀਂ
ਫੇਸ ਆਊਟ ਨਹੀਂ ਕਰ ਸਕਦੇ ਸੀ, ਇਹਨੂੰ ਸਟੋਰ ਕਰਕੇ ਇੰਨਾ ਸਮੇਂ ਤੱਕ ਨਹੀਂ ਰੱਖਿਆ ਜਾਂਦਾ ਸੀ। ਤਾਂ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੀ ਉਸ ਸਮੇਂ ਵਾਟਰ ਸਿਸਟਮ ਦੇ ਵਿੱਚ, ਕਿ ਜੇਕਰ ਚੀਜ਼ਾਂ ਨੂੰ ਸਟੋਰ ਕਰਨਾ ਪੈ ਜਾਂਦਾ ਸੀ ਤਾਂ ਕੁਛ ਕੁ ਚੀਜ਼ਾਂ ਉਹਨਾਂ ਦੀਆਂ ਖਰਾਬ ਵੀ ਹੋ ਜਾਂਦੀਆਂ ਸੀ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਸੀਗੀ। ਫੋਰਥ ਪੁਆਇੰਟ ਸੀਗਾ ਲੈਕ ਆਫ ਟੂ ਦੀ ਸਟੈਂਡਰਡ ਐਫਰਟਸ ਪੇਮੈਂਟ। ਐਫਰਟਸ ਪੇਮੈਂਟ ਦਾ ਮਤਲਬ ਸੀਗਾ, ਕੱਲ੍ਹ ਵੀ ਅਸੀਂ ਇਹਦੇ ਬਾਰੇ ਡਿਸਕਸ ਕੀਤਾ ਸੀ, ਵੀ ਉਹ ਪੇਮੈਂਟ ਜਿਹੜੀ ਅਸੀਂ ਫਿਊਚਰ ਦੇ ਵਿੱਚ ਕਰਨੀ ਹੋਵੇ। ਵੀ ਅਸੀਂ ਕਹਿ ਦਈਏ ਭਾਈ ਅੱਜ ਉਧਾਰ ਕਰ ਲਾ, ਵੀ ਅਸੀਂ ਤੈਨੂੰ ਕੀ ਆ ਕੱਲ੍ਹ ਨੂੰ ਜਾਂ ਪਰਸੋਂ ਨੂੰ ਅਸੀਂ ਇਹਦੇ ਪੈਸੇ ਵਾਪਸ ਕਰ ਦਾਂਗੇ, ਤਾਂ ਇਹ ਕੀ ਆ ਫਿਊਚਰ ਪੇਮੈਂਟ ਸੀ। ਤਾਂ ਇਹ ਚੀਜ਼ ਤਾਂ ਉੱਥੇ ਐਗਜ਼ਿਸਟ ਹੀ ਨਹੀਂ ਕਰਦੀ। ਦੇਖੋ ਫਿਊਚਰ ਪੇਮੈਂਟ ਕੁਡ ਨਾਟ ਟੂ ਬੀ ਆ ਮੈਟ ਇਨ ਦੀ ਸੀ ਇਕੋਨਮੀ। ਹੁਣ ਸੀ ਇਕੋਨਮੀ ਤੁਹਾਨੂੰ ਪਤਾ ਹੀ ਹੋਣਾ, ਕੁਆਂਟਿਟੀ ਟੂ ਕੁਆਂਟਿਟੀ ਵਾਲੀ ਇਕੋਨਮੀ ਜਾਂ ਵਾਟਰ ਸਿਸਟਮ ਦੇ ਵਿੱਚ ਇਹ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ ਸੀ। ਉਹ ਕਹਿੰਦੇ ਸੀ ਵੀ ਜਿਹੜੀ ਵੈਲਥ ਆ ਉਹਨੂੰ ਅਸੀਂ ਕੈਨ ਨਾਟ ਬੀ ਅ ਸਟੋਰ, ਵੀ ਜਿਹੜੀਆਂ ਵੈਲਥ ਆ ਜਾਂ ਪੇਮੈਂਟ ਅਸੀਂ ਕੋਈ ਵੀ ਚੀਜ਼ ਆ ਉਹਨੂੰ ਇਸ ਚੀਜ਼ ਦੇ ਵਿੱਚ ਸਟੋਰ ਕਰਕੇ ਨਹੀਂ ਰੱਖ ਸਕਦੇ ਸੀ। ਤਾਂ ਕਰਕੇ ਬਹੁਤ ਵੱਡੀ ਪ੍ਰੋਬਲਮ ਸੀਗੀ। ਅਤੇ ਜਿਹੜਾ ਲੋਨ ਸੀਗਾ ਇਹਨੂੰ ਬਹੁਤ ਡਿਫੀਕਲਟ ਹੁੰਦਾ ਸੀ ਲੋਨ ਨੂੰ ਪੇ ਬੈਕ ਕਰਨਾ। ਤਾਂ ਕਰਕੇ ਇੱਥੇ ਜਿਹੜੀਆਂ ਪ੍ਰੋਬਲਮਸ ਉਹ ਕ੍ਰੀਏਟ ਹੋ ਰਹੀਆਂ ਸੀ ਲੈਕ ਆਫ ਸਟੈਂਡਰਡ ਯੂਨਿਟਸ ਦੀਆਂ। ਠੀਕ ਹੈ ਜੀ। ਫਿਰ ਨੈਕਸਟ ਕੁਐਸਚਨ ਹੈਗਾ, ਨੈਕਸਟ ਸਭ ਤੋਂ ਇੰਪੋਰਟੈਂਟ ਕੁਐਸਚਨ ਆ ਵੀ ਵਟ ਇਜ਼ ਦੀ ਮੇਨ ਫੰਕਸ਼ਨ ਆਫ ਦੀ ਮਨੀ, ਹਾਊ ਡਜ਼ ਦੀ ਮਨੀ ਕਮਸ ਓਵਰ ਦੀ ਸ਼ਾਰਟਕਮਸ ਆਫ ਦੀ ਵਾਟਰ ਸਿਸਟਮ। ਵੀ ਜਿਹੜੀ ਮਨੀ ਆ ਉਹਦੇ ਮੇਨ ਕੰਮ ਕੀ ਸੀਗੇ ਤੇ ਉਹਨੇ ਕਿਸ ਤਰੀਕੇ ਨਾਲ ਜਿਹੜੀਆਂ ਪ੍ਰੋਬਲਮਸ ਅਰਾਈਜ਼ ਹੋ ਰਹੀਆਂ ਸੀਗੀਆਂ ਵਾਟਰ ਸਿਸਟਮ ਦੀਆਂ ਉਹਨੂੰ ਸੌਰਟ ਆਊਟ ਕੀਤਾ। ਆਨਸਰ ਦੇਖੋ ਕੀ ਆ, ਮੇਨ ਫੰਕਸ਼ਨ ਕੀ ਸੀਗੇ ਇਹਦੇ। ਇਹ ਬਹੁਤ ਜ਼ਿਆਦਾ ਦੋ ਜਾਂ ਮੈਂ ਇਹਦੇ ਵਿੱਚ ਇਸ ਸੈਸ਼ਨ ਦੇ ਵਿੱਚ 3 ਜਾਂ 4 ਕੁਐਸਚਨ ਨੂੰ ਡਿਸਕਸ ਕਰੂੰਗਾ, ਤੇ 4 ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ। ਦੇਖੋ ਫਸਟ ਕੀ ਕਹਿੰਦਾ, ਦੀ ਮੀਡੀਅਮ ਆਫ ਐਕਸਚੇਂਜ। ਇਹ ਕੀ ਸੀਗਾ, ਇੱਕ ਮੀਡੀਅਮ ਆਫ ਐਕਸਚੇਂਜ ਆ ਜਿਹਦੇ ਵਿੱਚ ਅਸੀਂ ਚੀਜ਼ਾਂ ਨੂੰ ਚੀਜ਼ਾਂ ਨਾਲ ਐਕਸਚੇਂਜ ਕਰਦੇ ਸੀ, ਜਾਂ ਤੁਸੀਂ ਪੈਸੇ ਦੇ ਨਾਲ। ਮਨੀ ਇਜ਼ ਐਕਟ ਐਸ ਟੂ ਦੀ ਮੀਡੀਅਮ ਆਫ ਐਕਸਚੇਂਜ। ਸਭ ਤੋਂ ਵੱਡਾ ਇਹਦਾ ਫੀਚਰ ਆ ਜਾਂ ਸਭ ਤੋਂ ਵੱਡੀ ਇੰਪੋਰਟੈਂਸ ਆ ਵੀ ਇਹਨੇ ਇੱਕ ਸਾਨੂੰ ਫੈਸਿਲਿਟੀ ਦੇਤੀ, ਵੀ ਇੱਕ ਕਾਮਨ ਯੂਨਿਟ ਦੇਤੀ ਜਿਹਦੇ ਨਾਲ ਅਸੀਂ ਕੀ ਆ ਕੋਈ ਵੀ ਚੀਜ਼ ਨੂੰ ਕਿਸੇ ਵੀ ਕਰੰਸੀ ਦੇ ਨਾਲ ਐਕਸਚੇਂਜ ਕਰ ਸਕਦੇ ਹਾਂ। ਜਿਵੇਂ ਕਿ ਹੁਣ ਤੁਸੀਂ ਮੰਨ ਲਓ ਵੀ ਤੁਸੀਂ ਫੋਰਨ ਦੇ ਵਿੱਚੋਂ ਕੀ ਆ ਫੋਨ ਲੈਣਾ, ਮੰਨ ਲਓ ਆਈਫੋਨ ਲੈਣਾ ਵਾ, ਤਾਂ ਆਈਫੋਨ ਦੇ ਲਈ ਜੋ ਤੁਸੀਂ ਫੋਰਨ ਦੇ ਵਿੱਚੋਂ ਲੈਣਾ ਵਾ, ਤੁਹਾਡੇ ਕੋਲ ਮਨੀ ਇੰਡੀਅਨ ਕਰੰਸੀ ਵੀ ਹੋਈ ਤਾਂ ਤੁਸੀਂ ਉਹਨੂੰ ਕੀ ਆ ਡਾਲਰ ਦੇ ਵਿੱਚ ਕਨਵਰਟ ਕਰ ਲਓਗੇ, ਤੇ ਡਾਲਰ ਦੇ ਵਿੱਚ ਕਨਵਰਟ ਕਰਕੇ ਉਹ ਤੋਂ ਕੀ ਆ ਉਹਦੇ ਬਦਲੇ ਵਿੱਚ ਤੁਸੀਂ ਕੀ ਆ ਫੋਨ ਲੈ ਲਓਗੇ। ਤਾਂ ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਪਹਿਲਾਂ ਵਾਲੀ, ਵੀ ਚੀਜ਼ਾਂ ਨੂੰ ਚੀਜ਼ਾਂ ਨਾਲ ਐਕਸਚੇਂਜ ਕਰਨਾ ਖਤਮ ਹੋ ਗਿਆ, ਤੇ ਹੁਣ ਅਸੀਂ ਇੱਕ ਕਰੰਸੀ ਦੇ ਨਾਲ ਕੋਈ ਵੀ ਚੀਜ਼ ਨੂੰ ਸੇਲ ਪਰਚੇਸ ਕਰ ਸਕਦੇ ਹਾਂ। ਐਨੀ ਹੈਲਪ ਸਾਨੂੰ ਕੋਈ ਲੋੜ ਨਹੀਂ, ਸਾਨੂੰ ਸਿਰਫ ਪੈਸੇ ਦੀ ਲੋੜ ਆ। ਤੁਸੀਂ ਪੈਸਾ ਲਓ ਤੇ ਉਹਦੇ ਨਾਲ ਜਿਹੜੀ ਮਰਜ਼ੀ ਚੀਜ਼ ਨੂੰ ਤੁਸੀਂ ਕੀ ਹੈ ਇੱਕ ਦੂਸਰੇ ਨਾਲ ਐਕਸਚੇਂਜ ਕਰ ਸਕਦੇ ਹੋ। ਤਾਂ ਇਹ ਸਭ ਤੋਂ ਵੱਡਾ ਫੀਚਰ ਸੀਗਾ ਮਨੀ ਦੇ ਆਉਣ ਦੇ ਨਾਲ, ਮੀਡੀਅਮ ਆਫ ਐਕਸਚੇਂਜ। ਨੈਕਸਟ ਹੈਗਾ ਕਾਮਨ ਯੂਨਿਟ ਸੀਗਾ। ਕਾਮਨ ਯੂਨਿਟ ਵੀ ਜਿਹੜੀ ਮਨੀ ਆ ਉਹ ਕੀ ਆ, ਕਾਮਨ ਆਫ ਮੀਡੀਅਮ ਆ ਕਿਸੇ ਵੀ ਚੀਜ਼ ਨੂੰ ਕੈਲਕੂਲੇਟ ਕਰਨ ਦੇ ਲਈ। ਕੋਈ ਵੀ ਚੀਜ਼ ਤੁਸੀਂ ਖਰੀਦਣੀ ਵੇਚਣੀ ਹੋਵੇ ਉਹਨੂੰ ਇਨ ਦੀ ਟਰਮਸ ਆਫ ਮਨੀ ਅਸੀਂ ਮੈਜ਼ਰ ਕਰ ਸਕਦੇ ਹਾਂ, ਜਿਹਨੂੰ ਅਸੀਂ ਬਾਅਦ ਵਿੱਚ ਕੀ ਕਹਿੰਦੇ ਹਾਂ, ਪ੍ਰਾਈਸ ਕਹਿ ਦਿੰਦੇ ਹਾਂ। MCQ ਵੀ ਆਇਆ ਸੀ ਪਿਛਲੀ ਵਾਰ ਦੀ, ਵੈਲਿਊ ਆਫ ਗੁੱਡਸ ਆਫ ਦੀ ਟਰਮਸ ਆਫ ਮਨੀ ਉਹਨੂੰ ਕੀ ਕਿਹਾ ਜਾਂਦਾ, ਤਾਂ ਉਹਨੂੰ ਕੀ ਕਿਹਾ ਜਾਂਦਾ, ਪ੍ਰਾਈਸ ਕਿਹਾ ਜਾਂਦਾ ਬਈ। ਵੀ ਜਿਹੜੀ ਵੀ ਚੀਜ਼ ਨੂੰ ਅਸੀਂ ਕੀ ਆ ਮਨੀ ਦੇ ਰੂਪ ਦੇ ਵਿੱਚ ਮੈਜ਼ਰ ਕਰ ਲੈਂਦੇ ਹਾਂ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਪ੍ਰਾਈਸ ਕਹਿ ਦਿੰਦੇ ਹਾਂ। ਇੰਡੀਆ ਵਾਟਰ ਸਿਸਟਮ ਕੀ ਹੈ, ਇੱਕ ਲੈਕ ਆਫ ਸਿਸਟਮ ਸੀਗਾ, ਵੀ ਸਾਡੇ ਕੋਲ ਕੋਈ ਕਾਮਨ ਯੂਨਿਟ ਨਹੀਂ ਸੀਗੀ ਕੋਈ ਵੀ ਗੁੱਡਸ ਨੂੰ ਮੈਜ਼ਰ ਕਰਨ ਦੇ ਲਈ। ਤਾਂ ਸਭ ਤੋਂ ਵੱਡਾ ਡਰਾਬੈਕ ਸੀਗਾ ਕਿਹਦਾ, ਵਾਟਰ ਸਿਸਟਮ ਦਾ, ਜਿਹਨੂੰ ਰੈਕਟੀਫਾਈ ਕੀਤਾ ਗਿਆ, ਜਾਂ ਅਸੀਂ ਕਹਿ ਦਿਓ ਵੀ ਜਿਹਨੂੰ ਚੇਂਜ ਕੀਤਾ ਗਿਆ ਵਿਦ ਦੀ ਹੈਲਪ ਆਫ ਮਨੀ, ਵੀ ਮਨੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੇਂਜ ਕੀਤੀਆਂ ਗਈਆਂ। ਥਰਡ ਪੁਆਇੰਟ ਹੈਗਾ ਸਟੋਰ ਵੈਲਿਊ, ਵੀ ਜਿਹੜੀ ਮਨੀ ਵੈਲਿਊ ਹੈ ਇਹਨੂੰ ਅਗਲਾ ਜਿਹੜਾ ਇੰਪੋਰਟੈਂਟ ਫੰਕਸ਼ਨ ਆ ਮਨੀ ਦਾ ਉਹ ਹੈਗਾ ਵੈਲਿਊ ਆਫ ਸਟੋਰੇਜ। ਵੀ ਇਹਨੂੰ ਅਸੀਂ ਕੀ ਆ ਵੈਲਿਊ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਪੈਸੇ ਨੂੰ ਜਾਂ ਤਾਂ ਅਸੀਂ ਜਮ੍ਹਾਂ ਕਰਾ ਕੇ ਰੱਖ ਸਕਦੇ ਹਾਂ, ਆਪਣੇ ਕੋਲ ਰੱਖ ਸਕਦੇ ਹਾਂ, ਆਪਣੇ ਪਾਕਟ ਦੇ ਵਿੱਚ ਰੱਖ ਸਕਦੇ ਹਾਂ, ਪਰਸ ਦੇ ਵਿੱਚ ਰੱਖ ਸਕਦੇ ਹਾਂ। ਤਾਂ ਇਹ ਸਭ ਤੋਂ ਈਜ਼ੀ ਵੇ ਸੀਗਾ ਵੀ ਜੇਕਰ ਸਾਨੂੰ ਕਦੀ ਵੀ ਲੋੜ ਪਈ ਤਾਂ ਅਸੀਂ ਕੀ ਆ ਐਮਰਜੈਂਸੀ ਟਾਈਮ ਵੀ ਇਹਨੂੰ ਕੀ ਆ ਬੈਂਕ ਤੋਂ ਪੈਸਾ ਵਿਡਰਾਅ ਕਰਾ ਕੇ ਉਹਨੂੰ ਪੇ ਕਰ ਸਕਦੇ ਹਾਂ, ਜਾਂ ਕੀ ਆ ਫਿਊਚਰ ਨੀਡਸ ਨੂੰ ਪੂਰਾ ਕਰਨ ਦੇ ਲਈ ਜਿਹੜਾ ਪੈਸਾ ਵਾ ਉਹਨੂੰ ਸਟੋਰ ਕਰਕੇ ਰੱਖਿਆ ਜਾਂਦਾ ਵਾ। ਨੈਕਸਟ ਦੇਖੋ ਕੀ ਹੈ, ਵੀ ਜਦੋਂ ਮਨੀ ਆ ਗਿਆ ਤਾਂ ਉਹਦੇ ਨਾਲ ਜਿਹੜੇ ਸ਼ਾਰਟ ਕਮਿੰਗ ਸੀਗੀਆਂ ਵਾਟਰ ਸਿਸਟਮ ਦੀਆਂ ਉਹ ਕਿਵੇਂ ਖਤਮ ਹੋਈਆਂ। ਠੀਕ ਹੈ, ਦੇਖੋ ਵੀ ਜਦੋਂ ਮਨੀ ਇਨਵੋਲਵ ਹੋਈ ਤਾਂ ਇਹਦੇ ਵਿੱਚ ਪ੍ਰੋਬਲਮ ਸੀਗੀ ਡਬਲ ਕੌਨਸੀਕੁਐਂਟ ਵਾਂਟ ਦੀ, ਉਹ ਖਤਮ ਕਰ ਦਿੱਤੀ। ਕਿਉਂਕਿ ਸਾਨੂੰ ਕੀ ਸੀਗਾ ਪਹਿਲਾਂ ਇੱਕ ਚੀਜ਼ ਵੇਚਣ ਦੇ ਲਈ ਉਹ ਬੰਦੇ ਨੂੰ ਲੱਭਣਾ ਪੈਂਦਾ ਸੀ ਜਿਹਨੂੰ ਮੇਰੀ ਚੀਜ਼ ਦੀ ਲੋੜ ਹੋਵੇ। ਤਾਂ ਮਨੀ ਜਦੋਂ ਦੀ ਇਹ ਆਈ ਤਾਂ ਮਨੀ ਨੇ ਕੀ ਕੀਤਾ, ਜੋ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਹਾਨੂੰ ਕੋਈ ਬੰਦਾ ਲੱਭਣ ਦੀ ਲੋੜ ਨਹੀਂ, ਜਾਓ ਸ਼ਾਪ ਦੇ ਉੱਤੇ ਜਾਓ ਤੇ ਸ਼ਾਪਕੀਪਰ ਤੋਂ ਚੀਜ਼ਾਂ ਲੈ ਲਓ। ਸੈਕਿੰਡ ਸੀ ਵੀ ਜਿਹੜਾ ਵਾਟਰ ਸਿਸਟਮ ਸੀਗਾ ਉਹ ਵੈਰੀ ਡਿਫੀਕਲਟ ਸੀਗਾ ਟੂ ਮੈਜ਼ਰ ਦੀ ਵੈਲਿਊ ਆਫ ਦੀ ਵਨ ਗੁੱਡਸ ਇਨ ਦੀ ਟਰਮਸ ਆਫ ਅਨਦਰ। ਵੀ ਇਹ ਸਭ ਤੋਂ ਔਖਾ ਸੀਗਾ, ਜਿਵੇਂ ਅਸੀਂ ਹਾਰਸ ਨੂੰ ਰਾਈਸ ਦੇ ਬਦਲੇ ਦੇ ਰਹੇ ਸੀਗੇ, ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਵੀ ਇਹਨਾਂ ਦੇ ਵਿੱਚ ਕਿਹੜੀ ਕਾਮਨ ਯੂਨਿਟ ਲਈ ਜਾਵੇ ਜਾਂ ਕਿਸ ਤਰੀਕੇ ਨਾਲ ਮੈਜ਼ਰ ਕੀਤਾ ਜਾਵੇ ਵੀ ਕਿੰਨੇ ਘੋੜਿਆਂ ਦੇ ਬਦਲੇ ਕਿੰਨਾ ਰਾਈਸ ਦਿੱਤਾ ਜਾਵੇ। ਤਾਂ ਇਹ ਚੀਜ਼ ਨੂੰ ਖਤਮ ਕੀਤਾ ਗਿਆ ਵਿਦ ਦੀ ਹੈਲਪ ਆਫ ਮਨੀ। ਦੇਖੋ ਇਹਨਾਂ ਨੇ ਐਗਜ਼ਾਮਪਲ ਲਈ ਆ ਵੀ ਭਾਈ ਇੱਕ ਕਾਓ ਨੂੰ ਕਿਸ ਤਰੀਕੇ ਨਾਲ ਵੈਲਿਊ ਮੈਜ਼ਰ ਕੀਤੀ ਜਾਵੇ ਜੇਕਰ ਮੈਂ ਬੀਟ ਲੈਣਾ ਹੋਵੇ, ਤਾਂ ਇਸ ਪ੍ਰੋਬਲਮ ਨੂੰ ਉਹਨੇ ਸੌਰਟ ਆਊਟ ਕੀਤਾ ਮਨੀ ਨੇ। ਤਾਂ ਇਸ ਤਰੀਕੇ ਨਾਲ ਜਿਹੜੀ ਮਨੀ ਆ ਉਹਨੇ ਇੱਕ ਹੈਲਪ ਕੀਤੀ ਉਹਨਾਂ ਦੀ ਵੀ ਕਿਸ ਤਰੀਕੇ ਨਾਲ ਜਿਹੜੀ
ਉਸ ਵਰਡ ਆ ਉਹਨੂੰ ਹੀ ਵਧੀਆ ਢੰਗ ਨਾਲ ਚਲਾਇਆ ਜਾ ਸਕੇ। ਨੈਕਸਟ ਹੈਗਾ ਇਟ ਇਜ਼ ਡਿਫੀਕਲਟ ਟੂ ਸਟੋਰ ਦੀਆਂ ਗੁੱਡਸ, ਤੇ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਵੀ ਇਹਦੇ ਵਿੱਚ ਸਾਨੂੰ ਵੈਲਥ ਸਟੋਰ ਕਰਨੀ ਪੈਂਦੀ ਸੀ। ਇਹਦੀ ਡਰਾਬੈਕ ਬੜੀ ਸੀ ਵੀ ਸਾਨੂੰ ਜੇਕਰ ਚੀਜ਼ਾਂ ਉਸ ਸਮੇਂ ਨਹੀਂ ਮਿਲਦੀਆਂ ਤਾਂ ਅਸੀਂ ਕੀ ਕਰਦੇ ਹਾਂ, ਉਸ ਚੀਜ਼ਾਂ ਨੂੰ ਸਟੋਰ ਕਰਨਾ ਸ਼ੁਰੂ ਕਰਨੇ ਆ। ਤਾਂ ਪਰ ਕੁਛ ਅਜਿਹੀਆਂ ਚੀਜ਼ਾਂ ਸੀ ਜਿਹੜੀਆਂ ਪੈਰੀਸ਼ੇਬਲ ਸੀਗੀਆਂ ਜਾਂ ਸੈਮੀ ਡਿਊਰੇਬਲ ਗੁੱਡਸ ਸੀਗੀਆਂ, ਜਿਨ੍ਹਾਂ ਨੂੰ ਕੀ ਆ ਜ਼ਿਆਦਾ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ, ਤਾਂ ਉਹਨਾਂ ਨੂੰ ਕੀ ਕੀਤਾ ਗਿਆ, ਉਹਨਾਂ ਨੂੰ ਸਟੋਰ ਕਰਨਾ ਬਹੁਤ ਔਖਾ ਸੀ। ਜਿਵੇਂ ਫਰੂਟਸ ਹੋ ਗਏ, ਮੀਟਸ ਹੋ ਗਿਆ, ਵੈਜੀਟੇਬਲਸ ਹੋ ਗਏ, ਇਹਨਾਂ ਨੂੰ ਸਟੋਰ ਜ਼ਿਆਦਾ ਟਾਈਮ ਨਹੀਂ ਕੀਤਾ ਜਾ ਸਕਦਾ ਜੀ। ਪਰ ਜਦੋਂ ਦੀ ਮਨੀ ਆਈ ਤਾਂ ਇਹ ਸਭ ਤੋਂ ਸੌਖਾ ਹੋ ਗਿਆ, ਕਿਉਂਕਿ ਅਸੀਂ ਕੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਈਜ਼ਲੀ ਕਰ ਸਕਦੇ ਸੀ ਸਟੋਰ, ਤੇ ਈਜ਼ਲੀ ਰੱਖ ਸਕਦੇ ਸੀਗੇ, ਤਾਂ ਇਹ ਹੈਲਪ ਕਰਦੀ ਸਾਨੂੰ। ਫੋਰਥ ਵਨ ਹੈਗਾ ਕੰਟਰੈਕਟ ਐਂਡ ਫਿਊਚਰ ਪੇਮੈਂਟਸ, ਵੀ ਜੇਕਰ ਅਸੀਂ ਫਿਊਚਰ ਦੇ ਵਿੱਚ ਕੋਈ ਵੀ ਪੇਮੈਂਟ ਕਰਨੀ ਹੁੰਦੀ ਸੀਗੀ ਤਾਂ ਵਾਟਰ ਸਿਸਟਮ ਦੇ ਵਿੱਚ ਸਭ ਤੋਂ ਵੱਡਾ ਡਿਫੀਕਲਟੀ ਇਹ ਸੀਗੀ ਵੀ ਜੇਕਰ ਅਸੀਂ ਉਹਨੂੰ ਕਹਿ ਦਈਏ ਭਾਈ ਮੇਰੇ ਕੋਲ ਹੁਣ ਕੋਈ ਵੀ ਚੀਜ਼ ਹੈ ਨਹੀਂ, ਵੀ ਮੈਂ ਅਗਲੇ ਸਾਲ ਜਾਂ 2-3 ਮਹੀਨੇ ਠਹਿਰ ਕੇ ਦੇ ਦੂੰਗਾ, ਤਾਂ ਉਹ ਚੀਜ਼ ਉੱਥੇ ਐਪਲੀਕੇਬਲ ਨਹੀਂ ਹੁੰਦੀ ਸੀ। ਕਿਉਂਕਿ ਉੱਥੇ ਕੀ ਸੀਗਾ, ਕੋਈ ਵੀ ਕਾਮਨ ਯੂਨਿਟ ਨਹੀਂ ਸੀਗੀ, ਤਾਂ ਉਹ ਕੋਈ ਵੀ ਬੰਦਾ ਡੈਫਰਡ ਪੇਮੈਂਟ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਤਾਂ ਜਿਹੜੀ ਜਦੋਂ ਦੀ ਮਨੀ ਆਈ ਤਾਂ ਮਨੀ ਦੇ ਵਿੱਚ ਅਸੀਂ ਇਹ ਕੰਮ ਕਰ ਸਕਦੇ ਹਾਂ। ਠੀਕ ਹੈ ਜੀ। ਨੈਕਸਟ ਜਿਹੜਾ ਲਾਸਟ ਕੁਐਸਚਨ ਆ ਇਸ ਸੈਸ਼ਨ ਦਾ, ਇਹ ਵੀ ਲਾਸਟ ਹੀ ਹੈ, ਹਾਂਜੀ ਲਾਸਟ ਆ, ਤੇ ਇੰਪੋਰਟੈਂਟ ਕੁਐਸਚਨ ਆ। ਦੇਖੋ ਵਟ ਇਜ਼ ਦੀ ਲੀਗਲ ਟੈਂਡਰ, ਹੁਣ ਉਹ ਕੁਐਸਚਨ ਆ ਜਾਂਦਾ ਹੁੰਦਾ, ਵੈਸੇ ਕੁਐਸਚਨ ਦੇ ਬਾਰੇ ਆਪਾਂ ਕਦੀ ਪੜ੍ਹਿਆ ਵੀ ਨਹੀਂ ਹੋਣਾ ਵੀ ਲੀਗਲ ਟੈਂਡਰ ਕੀ ਹੁੰਦਾ ਤੇ ਫਲੈਟ ਮਨੀ ਕੀ ਹੁੰਦੀ ਆ। ਵਟ ਇਜ਼ ਦੀ ਫਲੈਟ ਮਨੀ, ਦੇਖੋ ਲੀਗਲ ਟੈਂਡਰ ਕੀ ਹੁੰਦਾ ਵਾ ਵੀ ਜਿਹੜੀ ਕਰੰਸੀਜ਼ ਹੁੰਦੀਆਂ ਨੇ, ਜਿਹੜੀਆਂ ਨੋਟ ਤੇ ਕੁਆਇਨ ਦੇ ਟਰਮਸ ਦੇ ਵਿੱਚ ਇਸ਼ੂ ਕੀਤੀਆਂ ਜਾਂਦੀਆਂ ਨੇ ਮੋਨੀਟਰੀ ਅਥਾਰਟੀ ਦੁਆਰਾ। ਮੋਨੀਟਰੀ ਅਥਾਰਟੀ ਜੇਕਰ ਤੁਹਾਨੂੰ ਪੁੱਛ ਲਿਓ ਹੂ ਇਜ਼ ਦੀ ਮੋਨੀਟਰੀ ਅਥਾਰਟੀ ਆਫ ਇਨ ਇੰਡੀਆ, ਤਾਂ ਉਹ ਕੀ ਆ, ਆਰਬੀਆਈ ਆ, ਇਹ ਯਾਦ ਰੱਖਣਾ ਵਾ, ਜਾਂ ਕੀ ਆ ਸੈਂਟਰਲ ਗਵਰਨਮੈਂਟ। ਜੇਕਰ ਦੋਹੀ ਦਿੱਤੇ ਹੋਣ ਤਾਂ ਬੋਥ ਲਾ ਕੇ ਆਉਣਾ, ਜੇਕਰ ਇਹਨਾਂ ਦੋਹਾਂ ਵਿੱਚ ਇੱਕ ਦਿੱਤੀ ਹੋਈ ਤਾਂ ਇਹਨਾਂ ਨੂੰ ਇੱਕ ਨੂੰ ਟਿਕ ਕਰ ਲੈਣਾ। ਇਹ ਕੀ ਆ, ਲੀਗਲ ਮੀਡੀਅਮ ਆਫ ਟੂ ਦੀ ਪੇਮੈਂਟ, ਇਹ ਅਸਲੀ ਕਾਨੂੰਨੀ ਤੌਰ ਤੇ ਜਿਹੜਾ ਪੇ ਕਰਨ ਵਾਲਾ ਇੱਕ ਵੇ ਆ, ਤੇ ਇਹਦੇ ਨਾਲ ਹੀ ਅਸੀਂ ਪੇਮੈਂਟ ਇੱਕ ਦੂਸਰੇ ਦੇ ਨਾਲ ਐਕਸਚੇਂਜ ਕਰਦੇ ਹਾਂ, ਤੇ ਇਸ ਤਰੀਕੇ ਨਾਲ ਹੀ ਸਾਡੇ ਪੈਸੇ ਜਿਹੜੇ ਨੇ ਉਹ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਜਾਂਦੇ ਆ। ਦੇਖੋ ਫਿਰ ਨੈਕਸਟ ਕੀ ਆ, ਫਲੈਟ ਮਨੀ ਕੀ ਆ, ਡਰਾਈਵ ਦੀ ਵੈਲਿਊ ਓਨਲੀ ਬਿਕੋਜ਼ ਆਫ ਗੌਰਮੈਂਟ ਆਰਡਰ, ਵੀ ਉਹ ਮਨੀ ਦੀ ਵੈਲਿਊ ਜਿਹੜੀ ਕਿ ਸਿਰਫ ਗੌਰਮੈਂਟ ਦੇ ਕਹੇ ਦੇ ਉੱਤੇ ਹੀ ਇਸ਼ੂ ਕੀਤੀ ਜਾਂਦੀ ਆ ਜਾਂ ਦਿੱਤੀ ਜਾਂਦੀ ਆ, ਜਾਂ ਉਹਦੀ ਵੈਲਿਊ ਮੇਜਰ ਕੀਤੀ ਜਾਂਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਫਲੈਟ ਮਨੀ ਕਹਿੰਦੇ ਹਾਂ। ਦੀ ਕਰੰਸੀ ਆਫ ਬਿਕਮਸ ਟੂ ਦੀ ਫਲੈਟ ਮਨੀ ਵੈਨ ਦੀ ਗੌਰਮੈਂਟ ਡਿਕਲੇਅਰਸ ਟੂ ਬੀ ਆ ਲੀਗਲ ਟੈਂਡਰ, ਵੀ ਇਹ ਸਿਰਫ ਉਹੀ ਮਨੀ ਬਣਨਗੀਆਂ ਜਿਹੜੀਆਂ ਕਿ ਗੌਰਮੈਂਟ ਕਹੇਗੀ ਵੀ ਹਾਂ ਵੀ ਹੁਣ ਆਹ ਕਰੰਸੀ ਚੱਲੂਗੀ। ਜਿਵੇਂ 2000 ਦੀ ਕਰੰਸੀ ਸੀਗੀ, ਉਹ ਗੌਰਮੈਂਟ ਨੇ 1000 ਤੇ 500 ਦੇ ਪੁਰਾਣੇ ਨੋਟ ਕੀ ਸੀਗੇ ਉਹ ਬੈਨ ਕਰਤੇ ਸੀ ਜਾਂ ਬੰਦ ਕਰਤੇ ਸੀ, ਤਾਂ ਇਸ ਦਾ ਮਤਲਬ ਕੀ ਆ, ਹੁਣ ਉਹ ਲੀਗਲ ਮਨੀ ਨਹੀਂ ਰਹੀ ਸੀ, ਉਹ ਹੁਣ ਮਾਰਕੀਟ ਦੇ ਵਿੱਚੋਂ ਡਿਸਪੈਨਿਸ਼ ਹੋ ਗਈ ਸੀ ਜਾਂ ਡਿਸਪੀਅਰ ਹੋ ਗਈ ਸੀ, ਤੇ ਉਹਦੇ ਬਦਲੇ ਵਿੱਚ ਕੀ ਪਾਤਾ, 2000 ਦਾ ਨੋਟ ਤੇ 500 ਦਾ ਨਿਊ ਕਰੰਸੀ ਪਾ ਦਿੱਤੀ। ਇਹ ਕੀ ਆ, ਹੁਣ ਲੀਗਲ ਟੈਂਡਰ ਕਿਹੜਾ ਬਣ ਜਾਊਗਾ, 2000 ਤੇ 500 ਦਾ, ਤੇ ਜਿਹੜੇ 1000 ਤੇ 500 ਦੇ ਨੋਟ ਸੀਗੇ ਉਹ ਕੀ ਨੇ, ਕ੍ਰੈਸ਼ ਹੋ ਗਏ ਜਾਂ ਖਤਮ ਹੋ ਗਏ। ਨੈਕਸਟ ਕੀ ਆ, ਦਿਸ ਇਜ਼ ਨਾਟ ਬੈਕਡ ਐਜ਼ ਏ ਰਿਜ਼ਰਵ, ਵੀ ਇਹ ਕੀ ਆ, ਰਿਜ਼ਰਵ ਦੇ ਤੌਰ ਤੇ ਅਸੀਂ ਇਹਨਾਂ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ, ਚਾਹੇ ਹੁਣ ਅਸੀਂ 500 ਦਾ ਰੱਖ ਲਏ ਜਾਂ 1000 ਦਾ, ਉਹ ਸਾਡੇ ਲਈ ਕੋਈ ਵੀ ਮੈਟਰ ਨਹੀਂ ਕਰਦਾ ਹੈਗਾ। ਬਟ ਬਾਈ ਦੀ ਫੇਥ ਆਫ ਟਰਸਟ, ਇਹ ਸਿਰਫ ਕੀ ਆ, ਅਸੀਂ ਉਸ ਚੀਜ਼ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਹਾਂ ਵੀ ਹੁਣ 2000 ਦੀ ਕਰੰਸੀ ਚੱਲੂਗੀ, ਤੇ ਅਸੀਂ ਉਸ ਚੀਜ਼ ਦੇ ਉੱਤੇ ਵਿਸ਼ਵਾਸ ਕਰਕੇ ਉਹਨੂੰ ਲੈਂਦੇ ਹਾਂ, ਉਹਦੇ ਬਦਲੇ ਵਿੱਚ ਅਸੀਂ ਪੇਮੈਂਟ ਕਰਦੇ ਹਾਂ। ਦਿਸ ਇਜ਼ ਅ ਮਨੀ ਇਜ਼ ਨਾਟ ਹੈਜ਼ ਟੂ ਬੀ ਆ ਇਨਰਿਸਟਿਕ ਵੈਲਿਊ, ਇਹਦੀ ਕੋਈ ਹੋਰ ਅਦਰ ਵੈਲਿਊ ਨਹੀਂ ਹੁੰਦੀ ਹੈਗੀ, ਕਿ ਇਹਦੀ ਰੀਅਲ ਵੈਲਿਊ ਇਜ਼ ਨਾਟ ਇਕੁਅਲੈਂਟ ਟੂ ਦੀ ਫੇਸ ਵੈਲਿਊ, ਤੇ ਹੁਣ ਜਿਹੜੀ ਇਹਦੇ ਵਿੱਚ ਰੀਅਲ ਵੈਲਿਊ ਜਿਹੜੀ ਹੁੰਦੀ ਆ, ਉਹ ਜਿਹੜੀ ਉਹਦੀ ਫੇਸ ਵੈਲਿਊ ਹੁੰਦੀ ਆ ਉਹਦੇ ਬਰਾਬਰ ਨਹੀਂ ਹੁੰਦੀ ਹੈਗੀ। ਠੀਕ ਹੈ ਜੀ, ਇਨ ਦੀ ਟਰਮਸ ਆਫ ਟੂ ਦੀ ਨੋਟਸ ਐਂਡ ਕੁਆਇਨ। ਠੀਕ ਹੈ ਜੀ, ਜੇ ਹੁਣ ਇਹਦੇ ਵਿੱਚ ਦੇਖਿਆ ਜਾਵੇ ਵੀ ਇੱਕ ਨੋਟ ਆ, 500 ਰੁਪਏ ਦੇ ਨੋਟ ਅਸੀਂ ਪ੍ਰਿੰਟ ਕਰ ਦਿੰਦੇ ਹਾਂ ਕਾਗਜ਼ ਦੇ ਉੱਤੇ, ਪੇਪਰ ਦੇ ਉੱਤੇ, ਜੇਕਰ ਉਹੀ ਪੇਪਰ ਇਕੱਲਾ ਰੱਖਿਆ ਤਾਂ ਉਹਦੀ ਵੈਲਿਊ ਕੁਛ ਵੀ ਨਹੀਂ ਹੈਗੀ, ਬਟ ਜਦੋਂ ਉਹਦੇ ਉੱਤੇ 500 ਲਿਖਿਆ ਗਿਆ ਜਾਂ 2000 ਲਿਖਿਆ ਗਿਆ ਤਾਂ ਉਹਦੀ ਕਰੰਸੀ ਕਿੰਨੇ ਦੀ ਬਣ ਗਈ, 2000, ਯਾਨੀ ਕਿ ਉਹ ਨੋਟ ਹੁਣ ਕਿੰਨੇ ਦਾ ਚੱਲੇਗਾ, 2000 ਦਾ ਚੱਲੇਗਾ। ਤਾਂ ਇਹ ਸੀਗਾ ਫਲੈਟ ਮਨੀ ਤੇ ਲੀਗਲ ਟੈਂਡਰ ਮਨੀ। ਆਈ ਹੋਪ ਤੁਹਾਨੂੰ ਇਹ ਸਮਝ ਆਏ ਹੋਣਗੇ, 3 ਕੁਐਸਚਨ ਅਸੀਂ ਇਹਦੇ ਵਿੱਚ ਡਿਸਕਸ ਕੀਤੇ। ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।